ਸਾਹਿਬ ਜੀ। ਆਨੰਦ ਸੁਨੋ ਵੱਡ ਭਾਗੀਓ, ਸਗਲ ਮਨੋਰਥ ਪਾਰ ਬ੍ਰਹਮ ਪ੍ਰਭ ਪਾਇਆ, ਸਗਲ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਹਿ ਸਰਸੇ, ਪੂਰੇ ਗੁਰ ਤੇ ਜਾਣੀ, ਸੁਨਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਚਰਨ ਲਾਗੇ, ਬਾਜੇ ਅਨਹਦ ਬਿਨਵੰਤ ਨਾਨਕ ਚਰਨ ਲਾਗੇ, ਬਾਜੇ ਅਨਹਦ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਸਾਹਿਬ ਗੁਣੀ ਨਿਧਾਨਾ, ਹਰੀ ਮਹਿਮਾ ਵਰਨ ਨਾ ਸਾਖੋ, ਠਾਕੁਰ ਭਗਵਾਨਾ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ, ਸਿਫਤ ਸੰਭਦੀ ਨੂਰ ਅਰਸੋਂ ਕੁਰਸੋਂ ਛਟੀਐ, ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਬਾਣੀ ਭਗਤ ਕਬੀਰ ਜੀ ਕੀ। ਜੋ ਜਨ ਭਾਉ ਭਗਤ ਕਛ ਜਾਣੈ, ਤਾਕੋ ਅਚਰਜ ਕਾਹੋ। ਜਿਉ ਜਲ ਜਲ ਮੈਂ ਪੈਸ ਨਾ ਨਿਕਸੈ, ਤਿਉ ਟੁਰ ਮਿਲਿਓ ਜੋ ਲਾਹੋ। ਹਰ ਕੇ ਲੋਗਾ ਮੈਂ ਤੋ ਮਤ ਕਾ ਭੋਰਾ, ਜੋ ਤਨ ਕਾਸੀ ਤਜੇ ਕਬੀਰਾ, ਰਮਈਏ ਕਹਾਨ ਹੋਰਾ। ਜੋ ਜਨ ਭਾਉ ਭਗਤ ਕਛ ਜਾਣੈ, ਤਾਕੋ ਅਚਰਜ ਕਾਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ, ਅੰਮ੍ਰਿਤ ਵੇਲੇ ਦੇ ਅੰਦਰ ਦੀਵਾਨ ਮਹਾਰਾਜ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸਜੇ ਹੋਏ ਗੁਰੂ ਕੀ ਬਾਣੀ ਦੇ ਕੀਰਤਨ ਨਿਤਨੇਮ ਆਪ ਸੰਗਤਾਂ ਨੇ ਰੋਜ਼ਾਨਾ ਦੇ ਵਾਂਗ ਸਰਵਣ ਕੀਤੇ। ਇਸ ਵੇਲੇ ਆਪਾਂ ਲੜੀਵਾਰ ਗੁਰਬਾਣੀ ਦੀ ਜੋ ਕਥਾ ਮਹਾਰਾਜ ਬਖਸ਼ਿਸ਼ ਕਰਦੇ, ਇਸ ਨੂੰ ਸਰਵਣ ਕਰਨ ਵਾਸਤੇ ਗੁਰੂ ਦਰਬਾਰ ਦੇ ਵਿੱਚ ਇਕੱਤਰਤ ਹੋਏ ਹਾਂ। ਆਓ ਕੁਝ ਸਮੇਂ ਲਈ ਆਪਣੇ ਮਨ ਦੇ ਧਿਆਨ ਨੂੰ ਟਿਕਾ ਕੇ ਪਵਿੱਤਰ ਅੰਮ੍ਰਿਤ ਬਚਨ ਮਹਾਰਾਜ ਸਾਹਿਬ ਜੀਆਂ ਦੇ ਗੁਰਬਾਣੀ ਦੇ ਦੁਆਰਾ ਲਾਹੇ ਪ੍ਰਾਪਤ ਕਰਕੇ ਸਰਵਣ ਕਰੀਏ।
ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਬਾਣੀ ਭਗਤ ਕਬੀਰ ਜੀ ਕੀ। ਜੋ ਜਨ ਭਾਉ ਭਗਤ ਕਛ ਜਾਣੈ, ਤਾਂ ਕੋ ਅਚਰਜ ਕਾਹੋ। ਸਾਹਿਬ ਕਬੀਰ ਸਾਹਿਬ ਜੀ ਜੋ ਸ਼੍ਰੋਮਣੀ ਭਗਤ ਨੇ, ਇਹ ਉਹਨਾਂ ਦਾ ਧਨਾਸਰੀ ਰਾਗ ਦੇ ਵਿੱਚ ਆਪਾਂ ਸ਼ਬਦ ਜਿਹੜਾ ਹੈ ਉਹ ਸਰਵਣ ਕਰਨ ਜਾ ਰਹੇ ਹਾਂ। ਇਸ ਤੋਂ ਪਹਿਲਾਂ ਦੋ ਸ਼ਬਦ ਆਪਾਂ ਕਬੀਰ ਸਾਹਿਬ ਜੀ ਦੇ ਸਰਵਣ ਕੀਤੇ। ਸਨਕ ਸਨੰਦ ਮਹੇਸ਼ ਸਮਾਨਾ, ਇਹ ਪਹਿਲਾ ਸ਼ਬਦ ਹੈ। ਦੂਜਾ ਸ਼ਬਦ ਸੀ ਦਿਨ ਤੇ ਪਹਿਰ, ਪਹਿਰ ਤੇ ਘਰੀਆਂ ਆਵ ਘਟੈ ਤਨ ਸੀਜੈ। ਇਹ ਅੱਜ ਕਬੀਰ ਸਾਹਿਬ ਜੀ ਆਪਾਂ ਨੂੰ ਤੀਸਰਾ ਸ਼ਬਦ ਜਿਹੜਾ ਹੈ ਉਹ ਇੱਥੇ ਬਖਸ਼ਿਸ਼ ਕਰ ਰਹੇ ਨੇ। ਜਿਹੜਾ ਕਾਂਸ਼ੀ ਸ਼ਹਿਰ ਹੈ ਨਾ, ਇੱਥੇ ਸ਼ਿਵ ਜੀ ਨੇ ਵਰ ਦਿੱਤਾ ਹੈ, ਜਿਹੜਾ ਇੱਥੇ ਮਰੇਗਾ ਉਹ ਮੋਕਸ਼ ਨੂੰ ਪ੍ਰਾਪਤ ਹੋਵੇਗਾ। ਭਾਵੇਂ ਉਹ ਕਿਸੇ ਵੀ ਜਾਤੀ ਦੇ ਨਾਲ ਸੰਬੰਧ ਰੱਖਦਾ ਹੈ, ਕੋਈ ਵੀ ਉਹ ਵਿਅਕਤੀ ਹੈ, ਹਰ ਵੇਲੇ ਮੋਕਸ਼ ਦਾ ਵਰਤ ਉੱਥੇ ਚੱਲਦਾ ਰਹਿੰਦਾ। ਕਹਿਣ ਲੱਗੇ ਇਸ ਧਰਤੀ ਦੇ ਉੱਪਰ ਵਿਆਸ ਜੀ ਆ ਗਏ ਆਪਣੇ ਵਿਦਿਆਰਥੀਆਂ ਨੂੰ ਨਾਲ ਲੈ ਕੇ। ਕਈ ਵਿਦਿਆਰਥੀ ਨੇ, ਉਹਨਾਂ ਦੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਦੀ ਗਿਣਤੀ ਲਿਖੀ। ਪਰ ਕਹਿਣ ਲੱਗੇ ਵੀ ਕਾਸ਼ੀ ਦੇ ਵਿੱਚੋਂ ਜਦੋਂ ਪਹੁੰਚੇ ਤੇ ਕਿਸੇ ਨੇ ਉਹਨਾਂ ਦੀ ਸੇਵਾ ਨਹੀਂ ਕੀਤੀ ਜਾਂ ਪ੍ਰਸ਼ਾਦਾ ਪਾਣੀ ਪੁੱਛਿਆ ਨਹੀਂ। ਉਹ ਨਿਰਾਸ਼ ਹੋ ਕੇ ਪਰੇ ਚਲੇ ਗਏ, ਇੱਥੇ ਰਹਿਣਾ ਹੀ ਨਹੀਂ। ਕਾਸ਼ੀ ਤੋਂ ਪਰੇ ਜਾ ਕੇ ਉਹਨਾਂ ਨੇ ਇੱਕ ਨਗਰ ਵਸਾਇਆ, ਜਿਸ ਨੂੰ ਮਗਹਰ ਕਿਹਾ ਜਾਂਦਾ, ਹੜੰਬੇ ਦੀ ਧਰਤੀ ਕਿਹਾ ਜਾਂਦਾ। ਜਦੋਂ ਇਹ ਨਗਰ ਵਸਾਇਆ ਤੇ ਉਹਨਾਂ ਨੇ ਵਰ ਦਿੱਤਾ। ਵਿਆਸ ਜੀ ਕਹਿਣ ਲੱਗੇ ਕਾਸ਼ੀ ਦੇ ਵਿੱਚ ਜਿਹੜਾ ਮਰੇਗਾ ਉਹ ਮੁਕਤ ਹੋਵੇਗਾ, ਪਰ ਸਾਡੇ ਇਸ ਨਗਰ ਦੇ ਵਿੱਚੋਂ ਦੀ ਜਿਹੜਾ ਲੰਘ ਜਾਏਗਾ ਨਾ ਉਹ ਵੀ ਮੁਕਤ ਹੋ ਜਾਏਗਾ। ਜੇ ਪੰਛੀ ਵੀ ਉੱਪਰੋਂ ਉੱਡ ਕੇ ਲੰਘੇਗਾ ਉਹ ਵੀ ਮੁਕਤ ਹੋਵੇਗਾ, ਜੇ ਵਿਅਕਤੀ ਵਿੱਚੋਂ ਦੀ ਲੰਘ ਜਾਏਗਾ ਮੁਕਤ ਹੋ ਜਾਏਗਾ। ਜਦੋਂ ਇਹ ਵਰ ਦਿੱਤਾ ਨਾ ਤੇ ਕਾਸ਼ੀ ਦੇ ਲੋਕ ਉੱਠ ਕੇ ਤੇ ਉੱਥੇ ਮਗਹਰ ਦੀ ਧਰਤੀ ਤੇ ਜਾ ਕੇ ਵਸਣ ਲੱਗ ਪਏ। ਮੁਕਤੀ ਲੈਣੀ ਹੈ, ਵਾਰੇ ਮਿਲਿਆ ਵੀ ਜਿਹੜਾ ਲੰਘ ਵੀ ਗਿਆ ਉਹ ਮੁਕਤ ਹੋ ਜਾਏਗਾ, ਤੇ ਆਪਾਂ ਪਿੰਡ ਦੇ ਵਿੱਚ ਹੀ ਜਾ ਕੇ ਉਸੇ ਸ਼ਹਿਰ ਵਿੱਚ ਜਾ ਕੇ ਰਹਿਣ ਲੱਗ ਪਈਏ। ਜਦੋਂ ਗੁਰਮੁਖੋ ਇਸ ਤਰ੍ਹਾਂ ਕਾਸ਼ੀ ਦੇ ਲੋਕ ਉੱਠ ਕੇ ਚੱਲ ਪਏ ਨਾ ਉੱਥੇ ਰਹਿਣ ਵਾਸਤੇ, ਤੇ ਕਾਸ਼ੀ ਦੇ ਕਈ ਨਗਰ ਦੇ ਵਿੱਚੋਂ ਕਈ ਘਰ ਘਟ ਗਏ। ਉਸ ਵੇਲੇ ਸ਼ਿਵ ਜੀ ਨੂੰ ਕਹਿਣ ਲੱਗੇ ਫਿਕਰ ਪੈ ਗਿਆ ਇਸ ਗੱਲ ਦਾ ਵੀ ਮੈਂ ਨਗਰ ਵਸਾਇਆ ਸੀ, ਮੈਂ ਵਰ ਦਿੱਤਾ ਸੀ ਵੀ ਜਿਹੜਾ ਮਰੇਗਾ ਉਹ ਮੁਕਤ ਹੋਵੇਗਾ, ਇਹ ਲੋਕ ਮੇਰਾ ਨਗਰ ਛੱਡ ਕੇ ਤੁਰੇ ਜਾਂਦੇ। ਕਿਉਂਕਿ ਉਧਰ ਬਿਆਸ ਜੀਆਂ ਨੇ ਕਹਿ ਦਿੱਤਾ ਵੀ ਜਿਹੜਾ ਇੱਥੋਂ ਲੰਘ ਵੀ ਗਿਆ ਉਹ ਮੁਕਤ ਹੋ ਜਾਏਗਾ। ਸ਼ਿਵ ਜੀ ਨੂੰ ਚਿੰਤਾ ਦੇ ਵਿੱਚ ਬੈਠਾ ਵੇਖ ਕੇ ਗਣੇਸ਼ ਨੇ ਪੁੱਛ ਲਿਆ, ਕਹਿਣ ਲੱਗਾ ਪਿਤਾ ਜੀ ਵੀ ਆਪ ਜੀ ਚਿੰਤਾ ਵਿੱਚ ਕਿਉਂ ਬੈਠੇ ਹੋ। ਗਣੇਸ਼ ਪੁੱਤਰ ਹੈ ਨਾ ਸ਼ਿਵ ਜੀ ਦਾ। ਸ਼ਿਵ ਜੀ ਨੇ ਦੱਸਿਆ, ਕਹਿਣ ਲੱਗਾ ਗੱਲ ਇਹ ਹੈ ਵੀ ਮੈਂ ਸ਼ਹਿਰ ਵਸਾਇਆ ਕਾਂਸ਼ੀ, ਵਾਰੇ ਦਿੱਤਾ ਵੀ ਜਿਹੜਾ ਇੱਥੇ ਮਰੇਗਾ ਉਹ ਮੁਕਤ ਹੋਵੇਗਾ। ਨੇੜੇ ਹੀ ਬਿਆਸ ਜੀਆਂ ਨੇ ਇੱਕ ਨਗਰ ਵਸਾ ਦਿੱਤਾ। ਕਹਿਣ ਲੱਗੇ ਜਿਹੜਾ ਵਿੱਚੋਂ ਦੀ ਲੰਘ ਗਿਆ ਉਹ ਮੁਕਤ ਹੋ ਜਾਏਗਾ, ਪੰਛੀ ਉੱਡ ਕੇ ਲੰਘ ਗਿਆ ਮੁਕਤ ਹੋ ਜਾਏਗਾ। ਲੋਕ ਤੇ ਉਧਰ ਨੂੰ ਤੁਰੇ ਜਾ ਰਹੇ, ਮੇਰੇ ਨਗਰ ਦੇ ਲੋਕਾਂ ਦੀ ਗਿਣਤੀ ਘਟਦੀ ਪਈ ਹੈ, ਇਸ ਗੱਲ ਦੀ ਚਿੰਤਾ ਹੈ। ਇਹ ਬਚਨ ਸੁਣ ਕੇ ਗਣੇਸ਼ ਜੀ ਕਹਿਣ ਲੱਗੇ ਕੋਈ ਗੱਲ ਨਹੀਂ, ਮੈਂ ਇਹਦਾ ਵੀ ਇੰਤਜ਼ਾਮ ਕਰ ਦਿੰਦਾ। ਤੇ ਗਣੇਸ਼ ਜੀ ਫਿਰ ਵਿਦਿਆਰਥੀ ਬਣ ਕੇ ਤੇ ਬਿਆਸ ਜੀਆਂ ਦੀ ਫੌਜ ਦੇ ਵਿੱਚ ਉਹਨਾਂ ਦੇ ਵਿਦਿਆਰਥੀਆਂ ਵਿੱਚ ਜਾ ਕੇ ਮਿਲ ਗਏ, ਰਲ ਗਏ। ਇੱਕ ਦਿਨ ਬਿਆਸ ਜੀਆਂ ਨੂੰ ਬੈਠਿਆਂ ਵੇਖ ਕੇ ਗਣੇਸ਼ ਨੇ ਸਵਾਲ ਕੀਤਾ, ਕਹਿਣ ਲੱਗੇ ਜੀ ਤੁਸੀਂ ਕੀ ਵਰ ਦਿੱਤਾ ਇਸ ਧਰਤੀ ਨੂੰ। ਬਿਆਸ ਜੀ ਕਹਿਣ ਲੱਗੇ ਮੈਂ ਵਰ ਦਿੱਤਾ ਹੈ ਜਿਹੜਾ ਇੱਥੋਂ ਦੀ ਲੰਘ ਵੀ ਜਾਏਗਾ ਨਾ ਉਹ ਮੁਕਤ ਹੋ ਜਾਏਗਾ। ਗੱਲ ਤੇ ਸੁਣ ਲਈ ਪਰ ਅਣਸੁਣੀ ਕਰ ਦਿੱਤੀ। ਦੁਬਾਰਾ ਫਿਰ ਪੁੱਛ ਲਿਆ,
ਤੁਸੀਂ ਇਸ ਧਰਤੀ ਨੂੰ ਕੀ ਵਰ ਦਿੱਤਾ? ਥੋੜਾ ਤਖੱਲਸ ਵਿੱਚ ਆ ਗਿਆ, ਥੋੜਾ ਗੁੱਸੇ ਵਿੱਚ ਆ ਗਿਆ, ਕਹਿਣ ਲੱਗੇ ਜਿਹੜਾ ਇੱਥੇ ਮਰੇਗਾ ਉਹ ਮੁਕਤ ਹੋਵੇ। 3-4 ਵਾਰੀ ਹੋਰ ਪੁੱਛਿਆ, ਕੀ ਆਖਿਆ? ਮੈਨੂੰ ਸੁਣਿਆ ਨਹੀਂ। ਕੀ ਕਹਿੰਦੇ ਹੋ? ਮੈਨੂੰ ਸੁਣਿਆ ਨਹੀਂ, ਮੈਨੂੰ ਪਤਾ ਨਹੀਂ ਲੱਗਾ। ਜਦੋਂ ਕਈ ਵਾਰੀ ਪੁੱਛਿਆ ਤਾਂ ਉਹਨਾਂ ਨੂੰ ਗੁੱਸਾ ਆ ਗਿਆ। ਗੁੱਸੇ ਵਿੱਚ ਆ ਕੇ ਕਹਿਣ ਲੱਗੇ ਜਿਹੜਾ ਇੱਥੇ ਮਰੇਗਾ ਉਹ ਗਧਾ ਬਣੇਗਾ। ਤੂੰ ਆਖਿਆ ਗਧਾ ਬਣੇਗਾ ਤੇ ਗਣੇਸ਼ ਕਹਿਣ ਲੱਗਾ ਤਥਾਸਤੂ, ਇਸੇ ਤਰ੍ਹਾਂ ਹੀ ਹੋਵੇਗਾ। ਇਹ ਗੱਲ ਕਰਕੇ ਤੇ ਵਾਪਸ ਆ ਗਿਆ। ਹੁਣ ਰੌਲਾ ਪੈ ਗਿਆ ਲੋਕਾਂ ਦੇ ਵਿੱਚ ਵੀ ਜਿਹੜਾ ਮਗਹਰ ਵਿੱਚ ਮਰੇਗਾ ਉਹ ਗਧਾ ਬਣੇਗਾ, ਜੂਨੀ ਵਿੱਚ ਪਵੇਗਾ। ਇਸ ਕਰਕੇ ਲੋਕ ਹੁਣ ਉੱਥੇ ਰਹਿੰਦੇ ਨਹੀਂ, ਉੱਥੋਂ ਛੱਡ ਕੇ ਤੇ ਫਿਰ ਕਾਸ਼ੀ ਨੂੰ ਲੋਕ ਆਉਣੇ ਸ਼ੁਰੂ ਹੋ ਗਏ। ਮਰ ਕੇ ਗਧੇ ਕਿਉਂ ਬਣੀਏ? ਪਰ ਜਦੋਂ ਕਬੀਰ ਜੀ ਦਾ ਅੰਤ ਸਮਾਂ ਆਇਆ ਨਾ, ਸਰੀਰ ਛੱਡਣ ਦਾ ਸਮਾਂ ਆ ਗਿਆ, ਤੇ ਕਬੀਰ ਸਾਹਿਬ ਜੀ ਆਪ ਕਾਸ਼ੀ ਨੂੰ ਛੱਡ ਕੇ ਤੇ ਉੱਥੇ ਚਲੇ ਗਏ, ਮਗਹਰ ਦੀ ਧਰਤੀ ਤੇ ਚਲੇ ਗਏ। ਲੋਕਾਂ ਨੇ ਸਵਾਲ ਕੀਤਾ, ਕਹਿਣ ਲੱਗੇ ਕਬੀਰ ਸਾਹਿਬ ਜੀ ਸਾਰੀ ਉਮਰ ਤੁਸੀਂ ਕਾਸ਼ੀ ਵਿੱਚ ਰਹੇ ਹੋ, ਨਾਮ ਜਪਦੇ ਰਹੇ ਹੋ, ਹੁਣ ਅੰਤ ਸਮਾਂ ਆ ਗਿਆ ਤੇ ਇੱਥੇ ਆ ਗਏ ਹੋ। ਇੱਥੇ ਤੇ ਇਹ ਵਰ ਮਿਲਿਆ ਵੀ ਜਿਹੜਾ ਮਰੇਗਾ ਉਹ ਗਧਾ ਬਣੇਗਾ। ਕੀ ਤੁਸੀਂ ਗਧਾ ਬਣਨਾ ਚਾਹੁੰਦੇ ਹੋ? ਕਾਸ਼ੀ ਮਗਹਰ ਸਮ ਵਿਚਾਰੀ। ਭਗਤ ਕਬੀਰ ਜੀ ਸਾਹਿਬ ਜੀ ਕਹਿਣ ਲੱਗੇ ਮੈਨੂੰ ਕਾਸ਼ੀ ਤੇ ਮਗਹਰ ਬਰਾਬਰ ਹੀ ਲੱਗਦੇ ਨੇ, ਪਰ ਮੇਰੀ ਇੱਕ ਗੱਲ ਦਾ ਜਵਾਬ ਦਿਓ, ਓਛੀ ਭਗਤ ਕੈਸੇ ਉਤਰਸ ਪਾਰੀ। ਬੰਦਾ ਭਗਤੀ ਤੋਂ ਖਾਲੀ ਹੋਵੇ, ਭਗਤੀ ਕੋਲ ਨਾ ਹੋਵੇ, ਨਾਮ ਨਾ ਜਪਿਆ ਹੋਵੇ, ਤੇ ਉਹ ਬੰਦਾ ਕਿਵੇਂ ਮੁਕਤ ਹੋ ਸਕਦਾ? ਇਸ ਗੱਲ ਦਾ ਜਵਾਬ ਦਿਓ, ਭਾਵੇਂ ਕਾਸ਼ੀ ਹੋਵੇ ਤੇ ਭਾਵੇਂ ਮਗਹਰ ਹੋਵੇ। ਨਾਮ ਤੋਂ ਬਿਨਾਂ ਮੁਕਤੀ ਨਹੀਂ ਹੈ। ਇਹ ਸ਼ਬਦ ਵੀ ਉਹਨਾਂ ਨੇ ਇਸੇ ਤਰ੍ਹਾਂ ਹੀ ਉਚਾਰਿਆ। ਜਦੋਂ ਕਬੀਰ ਸਾਹਿਬ ਜੀ ਚਲੇ ਗਏ ਨਾ ਉੱਥੇ ਮਗਹਰ ਦੀ ਧਰਤੀ ਤੇ, ਲੋਕ ਸਵਾਲ ਕਰਨ ਲੱਗ ਪਏ ਤੁਸੀਂ ਕਿਉਂ ਗਧਾ ਬਣਨਾ ਚਾਹੁੰਦੇ ਹੋ, ਕਿਉਂ ਇੱਥੇ ਆਏ ਹੋ, ਇੱਥੇ ਤੇ ਮੁਕਤੀ ਨਹੀਂ ਮਿਲਦੀ। ਕਬੀਰ ਸਾਹਿਬ ਜੀਆਂ ਨੇ ਫਿਰ ਸ਼ਬਦ ਬਖਸ਼ਿਸ਼ ਕੀਤਾ ਹੈ, ਜੋ ਜਨ ਭਾਉ ਭਗਤ ਕਛ ਜਾਣੈ ਤਾਕੋ ਅਚਰਜ ਕਾਹੋ। ਕਬੀਰ ਸਾਹਿਬ ਜੀ ਕਹਿਣ ਲੱਗੇ ਜਿਹੜਾ ਰੱਬ ਦਾ ਪਿਆਰਾ ਕੁਛ ਕੁ ਪ੍ਰੇਮਾ ਭਗਤੀ ਕਰਨੀ ਜਾਣਦਾ, ਬਹੁਤੀ ਦੀ ਗੱਲ ਨਹੀਂ ਵੀ ਬਹੁਤੀ ਜਾਣਦਾ ਹੋਵੇ। ਜਿਹੜਾ ਬਹੁਤੀ ਜਾਣਦਾ ਉਹ ਤੇ ਪਰਮੇਸ਼ਰ ਦਾ ਰੂਪ ਹੋ ਗਿਆ ਨਾ। ਜਿਹਨੂੰ ਥੋੜ੍ਹੀ ਜਿਹੀ ਵੀ ਪ੍ਰੇਮਾ ਭਗਤੀ ਪਰਮਾਤਮਾ ਨਾਲ ਬਣੀ ਹੈ, ਥੋੜ੍ਹਾ ਜਿਹਾ ਵੀ ਪ੍ਰੇਮ ਜੀ ਦਾ ਜੁੜ ਗਿਆ ਹੈ, ਥੋੜ੍ਹਾ ਜਿਹਾ ਵੀ ਭਾਵਨਾ ਦੇ ਨਾਲ ਜਿਹਨੇ ਨਾਮ ਜਪ ਲਿਆ ਨਾ, ਜੋ ਜਨ ਭਾਉ ਭਗਤ, ਭਾਉ ਤੋਂ ਭਾਵ ਹੁੰਦਾ ਪ੍ਰੇਮਾ ਭਗਤੀ। ਜੋ ਜਨ ਭਾਉ ਭਗਤ ਕਛ ਜਾਣੈ, ਕਛ ਤੋਂ ਭਾਵ ਥੋੜ੍ਹੀ ਜਿਹੀ ਪ੍ਰੇਮਾ ਭਗਤੀ ਕੋਈ ਕਰਨੀ ਜਾਣਦਾ ਹੈ, ਤਾਕੋ ਅਚਰਜ ਕਾਹੋ, ਉਸ ਬੰਦੇ ਨੂੰ ਮੁਕਤ ਹੋਣ ਵਿੱਚ ਕੋਈ ਅਚਰਜ ਵਾਲੀ ਗੱਲ ਨਹੀਂ ਹੈ। ਉਹ ਕਿਤੇ ਮਰਜ਼ੀ ਸਰੀਰ ਛੱਡ ਦੇਵੇ। ਸ਼ਾਸਤਰਾਂ ਵਿੱਚ ਲਿਖਿਆ ਮੰਜੇ ਤੇ ਛੱਡੇਗਾ ਤੇ ਇੱਧਰ ਨੂੰ ਚਲਾ ਜਾਏਗਾ, ਧਰਤੀ ਤੇ ਛੱਡੇਗਾ ਤੇ ਇਹ ਬਣ ਜਾਏਗਾ, ਕਲਰ ਦੀ ਜ਼ਮੀਨ ਹੋਵੇਗੀ ਤੇ ਇਹ ਬਣ ਜਾਏਗਾ। ਪਰ ਕਬੀਰ ਸਾਹਿਬ ਜੀ ਕਹਿਣ ਲੱਗੇ ਜਿਹਨੇ ਪ੍ਰੇਮਾ ਭਗਤੀ ਕੀਤੀ ਹੈ ਨਾ, ਉਹ ਭਾਵੇਂ ਕਾਸ਼ੀ ਹੋਵੇ, ਭਾਵੇਂ ਮਗਹਰ ਹੋਵੇ, ਭਾਵੇਂ ਕਲਰ ਦੀ ਧਰਤੀ ਹੋਵੇ, ਭਾਵੇਂ ਪਾਣੀ ਵਿੱਚ ਬੈਠਾ ਹੋਵੇ, ਜਿੱਥੇ ਮਰਜ਼ੀ ਹੋਵੇ, ਉਹ ਮੁਕਤੀ ਮੁਕਤ ਹੈ। ਤਾਕੋ ਅਚਰਜ ਕਾਹੋ, ਉਹਨੂੰ ਮੁਕਤ ਹੋਣ ਵਿੱਚ ਕੋਈ ਅਚਰਜ ਕਹੀਏ ਹੈਰਾਨੀ ਨਹੀਂ ਹੈ। ਉਹ ਮੁਕਤ ਹੋ ਹੀ ਜਾਏਗਾ ਜਿਹਨੇ ਕੁਝ ਪ੍ਰੇਮਾ ਭਗਤੀ ਜਾਣੀ ਹੈ। ਫਿਰ ਬਖਸ਼ਿਸ਼ ਕਰਦੇ ਹਨ, ਜੋ ਜਨ ਭਾਉ ਭਗਤ ਕਛ ਜਾਣੈ ਤਾਕੋ ਅਚਰਜ ਕਾਹੋ। ਜਿਸ ਨੇ ਪ੍ਰੇਮਾ ਭਗਤੀ ਕਰਨੀ ਜਾਣੀ ਹੈ, ਅਚਰਜ ਨਾਮ ਬ੍ਰਹਮ ਦਾ ਹੈ, ਉਸ ਨੂੰ ਬ੍ਰਹਮ ਹੋਣ ਤੋਂ ਕੋਈ ਰੋਕ ਨਹੀਂ ਸਕਦਾ। ਬ੍ਰਹਮ ਦੇ ਵਿੱਚ ਅਭੇਦ ਹੋਣ ਤੋਂ ਕੋਈ ਰੋਕ ਨਹੀਂ ਸਕਦਾ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜਿਹਨੇ ਨਾਮ ਜਪਿਆ ਅਚਰਜ ਕਹੀਏ ਬ੍ਰਹਮ ਸਰੂਪ ਹੋ ਜਾਣਾ, ਬ੍ਰਹਮ ਦਾ ਰੂਪ ਹੀ ਹੋ ਜਾਣਾ। ਕਹਿਣ ਲੱਗੇ ਕੋਈ ਹੈਰਾਨੀ ਨਹੀਂ ਉਹਦੇ ਵਿੱਚ ਬ੍ਰਹਮ ਰੂਪ ਹੋਣਾ। ਬ੍ਰਹਮ ਗਿਆਨੀ ਆਪ ਪਰਮੇਸ਼ਰ। ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ, ਕਿਛ ਨਾਹੇ ਜਲ ਤੇ ਉਪਜਤ ਰੰਗ, ਜਿਉ ਜਲ ਹੀ ਵਿਖੈ। ਹਰ ਨਾਮ ਪਰਮਾਤਮਾ ਦਾ,
ਹਰ ਜਨ ਨਾਮ ਭਗਤ ਦਾ। ਪਰਮਾਤਮਾ ਤੇ ਪਰਮਾਤਮਾ ਦਾ ਭਗਤ ਇੱਕੋ ਹੀ ਨੇ, ਉਹਨਾਂ ਵਿੱਚ ਕੋਈ ਵਖਰੇਵਾਂ ਹੈ ਹੀ ਨਹੀਂ। ਵੀਰ ਸਾਹਿਬ ਜੀ ਕਹਿਣ ਲੱਗੇ, ਉਹ ਦੁਨੀਆ ਦੇ ਲੋਕੋ, ਤੁਸੀਂ ਆਖਦੇ ਕਾਸ਼ੀ ਵਿੱਚ ਮੁਕਤੀ ਤੇ ਮਗਹਰ ਵਿੱਚ ਮਰ ਕੇ ਖੋਤਾ ਬਣਦਾ ਹੈ। ਨਹੀਂ, ਜਿਹਨੇ ਥੋੜ੍ਹੀ ਬਹੁਤੀ ਵੀ ਪ੍ਰੇਮਾ ਭਗਤੀ ਕੀਤੀ, ਉਹ ਸਰੀਰ ਕਿਤੇ ਵੀ ਛੱਡੇ, ਉਹਨੂੰ ਬ੍ਰਹਮ ਹੋਣ ਤੋਂ ਕੋਈ ਰੋਕ ਨਹੀਂ ਸਕਦਾ। ਉਹਨੇ ਬ੍ਰਹਮ ਰੂਪ ਹੋ ਹੀ ਜਾਣਾ ਹੈ। ਜੋ ਜਲ ਜਲ ਮੈਂ ਪੈਸ ਨਿਕਸੈ। ਐਸ ਨਾ ਨਿਕਸੈ। ਕਬੀਰ ਸਾਹਿਬ ਜੀ ਕਹਿਣ ਲੱਗੇ, ਜਿਵੇਂ ਘੜੇ ਦਾ ਪਾਣੀ ਹੈ ਨਾ, ਘੜੇ 'ਚ ਪਾਣੀ ਆਪਾਂ ਭਰਿਆ ਹੋਇਆ, ਉਸ ਘੜੇ ਦੇ ਪਾਣੀ ਨੂੰ ਜੇ ਆਪਾਂ ਨਦੀ ਵਿੱਚ ਡੋਲ ਦਈਏ ਤੇ ਬਾਅਦ ਵਿੱਚ ਆਪਾਂ ਆਖੀਏ ਵੀ ਜਿਹੜਾ ਮੈਂ ਘੜੇ ਵਿੱਚੋਂ ਪਾਣੀ ਨਦੀ ਵਿੱਚ ਡੋਲਿਆ, ਇਹੋ ਹੀ ਪਾਣੀ ਦੁਬਾਰਾ ਘੜੇ ਵਿੱਚ ਪਾ ਲਵਾਂ, ਉਹ ਪੈਣਾ ਨਹੀਂ, ਉਹ ਨਦੀ ਦੇ ਪਾਣੀ ਵਿੱਚ ਮਿਲ ਗਿਆ। ਪਾਣੀ ਹੁਣ ਘੜੇ ਵਿੱਚ ਪਏਗਾ, ਪਰ ਉਹ ਨਹੀਂ ਪਏਗਾ ਜਿਹੜਾ ਤੂੰ ਘੜੇ ਵਿੱਚੋਂ ਕੱਢ ਕੇ ਪਾ ਦਿੱਤਾ। ਭਾਵੇਂ ਉਹ ਗੰਦਾ ਸੀ, ਭਾਵੇਂ ਉਹ ਚੰਗਾ ਸੀ, ਭਾਵੇਂ ਉਹ ਮਿੱਟੀ ਵਾਲਾ, ਭਾਵੇਂ ਉਹ ਕਾਲਾ, ਜਿਹੜਾ ਘੜੇ ਵਿੱਚੋਂ ਇੱਕ ਵਾਰੀ ਪਾਣੀ ਤੂੰ ਡੋਲ ਕੇ ਨਦੀ ਵਿੱਚ ਪਾ ਦਿੱਤਾ, ਉਹ ਨਦੀ ਦਾ ਰੂਪ ਹੋ ਗਿਆ, ਉਹ ਦੁਬਾਰਾ ਘੜੇ ਵਿੱਚ ਨਹੀਂ ਆਵੇ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਕਿ ਨਦੀ ਦਾ ਪਾਣੀ ਜੇ ਇੱਕ ਵਾਰੀ ਸਮੁੰਦਰ ਵਿੱਚ ਮਿਲ ਜਾਵੇ ਤੇ ਫਿਰ ਕੋਈ ਬੰਦਾ ਯਤਨ ਕਰੇ ਵੀ ਸਮੁੰਦਰ ਦੇ ਵਿੱਚੋਂ ਮੈਂ ਨਦੀ ਦਾ ਪਾਣੀ ਵੱਖਰਾ ਕਰ ਦਿਆਂ, ਜਿਹੜਾ ਨਦੀ ਵਿੱਚੋਂ ਆਇਆ ਉਹੀ ਵਾਪਸ ਕਰ ਦਿਆਂ, ਕਰ ਨਹੀਂ ਸਕਦਾ, ਕਿਉਂਕਿ ਉਹਦਾ ਰੂਪ ਹੀ ਹੋ ਗਿਆ। ਪਾਣੀ ਵਿੱਚ ਕੋਈ ਵੀ ਰਸਾਇਣ ਪਾ ਲਵੋ, ਨਮਕ ਪਾ ਲਵੋ, ਚੀਨੀ ਪਾ ਲਵੋ, ਜਾਂ ਕੋਈ ਤੇਲ ਵਗੈਰਾ ਪਾ ਲਓ, ਬੜੇ ਬੜੇ ਦੁਨੀਆ 'ਤੇ ਸਾਧਨ ਬਣੇ ਨੇ, ਮਸ਼ੀਨਾਂ ਬਣੀਆਂ ਨੇ, ਬੜੀਆਂ ਬੜੀਆਂ ਧਾਤਾਂ ਬਣੀਆਂ ਨੇ, ਮਸਾਲੇ ਬਣੇ ਨੇ, ਉਹਨਾਂ ਚੀਜ਼ਾਂ ਨੂੰ ਵੱਖਰਾ ਫਿਰ ਵੀ ਕੀਤਾ ਜਾ ਸਕਦਾ, ਪਰ ਜੇ ਪਾਣੀ ਵਿੱਚ ਪਾਣੀ ਮਿਲ ਗਿਆ, ਉਹਨੂੰ ਵੱਖਰਾ ਨਹੀਂ ਕੀਤਾ ਜਾ ਸਕਦਾ। ਸੜ ਤੇ ਜਾਏਗਾ, ਪਰ ਪਾਣੀ ਵਿੱਚੋਂ ਪਾਣੀ ਵੱਖਰਾ ਨਹੀਂ ਹੋਵੇ। ਵੀਰ ਸਾਹਿਬ ਜੀ ਕਹਿਣ ਲੱਗੇ, ਜਿਉਂ ਜਲ, ਜਿਵੇਂ ਘੜੇ ਦਾ ਜਲ, ਜਲ ਮੈਂ ਪੈਸ ਨਾ ਨਿਕਸੈ, ਨਦੀ ਦੇ ਪਾਣੀ ਵਿੱਚ ਪੈ ਜਾਵੇ ਤੇ ਉਹ ਦੁਬਾਰਾ ਫਿਰ ਨਿਕਲਦਾ ਨਹੀਂ, ਉਹਦਾ ਰੂਪ ਹੋ ਜਾਂਦਾ ਹੈ। ਇਹ ਦੁਨੀਆ ਦੀ ਉਦਾਹਰਨ ਹੈ। ਤਿਉਂ ਢੁਰ ਮਿਲਿਓ ਜੁਲਾਹੋ, ਕਹਿਣ ਲੱਗੇ ਇਸੇ ਤਰ੍ਹਾਂ ਬਿਲਕੁਲ ਢੁਰ ਤੋਂ ਭਾਵ ਹੈ ਢਲ ਕੇ, ਹਉਮੈ ਤਿਆਗ ਕੇ, ਹਉਮੈ ਨੂੰ ਪਰੇ ਕਰਕੇ, ਜੋ ਲਾਹੋ, ਜੋ ਮੈਨੂੰ ਲਾਭ ਮਿਲਿਆ ਨਾ ਪ੍ਰੇਮਾ ਭਗਤੀ ਦਾ, ਉਸ ਪ੍ਰੇਮਾ ਭਗਤੀ ਦੇ ਕਰਕੇ ਮਿਲਿਓ, ਮੈਂ ਰੱਬ ਦੇ ਨਾਲ ਮਿਲਿਆ ਹੋਇਆ। ਬਖਸ਼ਿਸ਼ ਕਰਦੇ ਹਨ। ਤਿਉ ਢੁਰ ਮਿਲਿਓ ਜੁਲਾਹੋ। ਕਹਿਣ ਲੱਗੇ ਇਸੇ ਤਰ੍ਹਾਂ ਗੁਰਮੁਖੋ, ਜਿਵੇਂ ਘੜੇ ਦਾ ਜਲ ਨਦੀ ਵਿੱਚ ਮਿਲ ਗਿਆ, ਨਦੀ ਤੋਂ ਵੱਖਰਾ ਨਹੀਂ ਕੀਤਾ ਜਾ ਸਕਦਾ। ਨਦੀ ਦਾ ਜਲ ਸਮੁੰਦਰ ਵਿੱਚ ਮਿਲ ਗਿਆ, ਸਮੁੰਦਰ ਤੋਂ ਵੱਖਰਾ ਨਹੀਂ ਕੀਤਾ ਜਾ ਸਕਦਾ। ਬਿਲਕੁਲ ਇਸੇ ਤਰ੍ਹਾਂ ਜਿਹਨੇ ਹਉਮੈ ਤਿਆਗ ਦਿੱਤੀ ਹੈ, ਹਉਮੈ ਤਿਆਗ ਕੇ ਜਿਹਨੇ ਪ੍ਰੇਮਾ ਭਗਤੀ ਦਾ ਜੋ ਲਾਭ ਪ੍ਰਾਪਤ ਕੀਤਾ ਹੈ, ਉਹ ਪਰਮਾਤਮਾ ਵਿੱਚ ਐਸਾ ਮਿਲ ਜਾਂਦਾ, ਮੁੜ ਕੇ ਉਹਨੂੰ ਵੱਖਰਾ ਨਹੀਂ ਕੀਤਾ ਜਾ ਸਕਦਾ, ਮੁੜ ਕੇ ਉਹ ਵੱਖਰਾ ਨਹੀਂ ਹੋ ਸਕਦਾ, ਉਹ ਪਰਮਾਤਮਾ ਦਾ ਰੂਪ ਹੀ ਹੋ ਜਾਂਦਾ ਹੈ, ਉਹ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ ਹੈ। ਇਹ ਇੱਕ ਉਦਾਹਰਨ ਦਿੱਤੀ ਉਹਨਾਂ ਨੇ ਸਮਝਾਉਣ ਵਾਸਤੇ ਕਿ ਗੁਰਮੁਖੋ, ਭਾਵੇਂ ਮੈਂ ਹਾਂ ਤੇ ਭਾਵੇਂ ਕੋਈ ਰੱਬ ਦਾ ਭਗਤ ਹੈ, ਇਹ ਕਬੀਰ ਸਾਹਿਬ ਜੀ ਕਹਿ ਰਹੇ, ਪਰ ਜਿਹਨੇ ਹਉਮੈ ਮਾਰ ਕੇ ਨਾਮ ਦਾ ਲਾਹਾ ਪ੍ਰਾਪਤ ਕਰ ਲਿਆ ਨਾ, ਪ੍ਰੇਮ ਦਾ ਲਾਹਾ ਲੈ ਲਿਆ, ਉਹ ਪਰਮਾਤਮਾ ਵਿੱਚ ਇਹੋ ਜਿਹਾ ਮਿਲ ਜਾਂਦਾ ਵੀ ਫਿਰ ਉਹ ਨਿਕਲ ਨਹੀਂ ਸਕਦਾ, ਵੱਖਰਾ ਨਹੀਂ ਹੋ ਸਕਦਾ, ਜਨਮਾਂ ਵਿੱਚ ਨਹੀਂ ਆਵੇਗਾ। ਬਸ ਇੱਕ ਵਾਰੀ ਮਿਲਣਾ, ਇਹ ਨਹੀਂ ਵੀ ਅੱਜ ਮਿਲਿਆ ਤੇ ਕੱਲ ਨੂੰ ਵਿਛੜੇਗਾ, ਪਰਸੋਂ ਫਿਰ ਮਿਲੇਗਾ, ਨਹੀਂ, ਇੱਕ ਵਾਰੀ ਮਿਲਣਾ। ਜਦੋਂ ਇੱਕ ਵਾਰੀ ਮਿਲ ਗਿਆ, ਮੁੜ ਕੇ ਵਿਛੜੇਗਾ ਹੀ ਨਹੀਂ। ਤਾਈ ਉਹਨਾਂ ਨੇ ਆਖਿਆ, ਨਾ ਬਹੁਰ ਹਮ ਕਾਹੇ ਆਵੇਂਗੇ, ਉਹਨਾਂ ਨੂੰ ਇਸ ਗੱਲ ਦਾ ਮਾਣ ਹੈ, ਨਾ ਦੁਬਾਰਾ ਜਨਮਾਂ ਵਿੱਚ ਆਉਣਾ ਹੀ ਨਹੀਂ, ਕਿਉਂਕਿ ਨਾ ਜਨਮਾਂ ਵਿੱਚ ਆਵੇ ਪਰਮਾਤਮਾ ਤੇ ਨਾ ਮੈਂ, ਕਿਉਂਕਿ ਮੈਂ ਤੇ ਉਹਦਾ ਰੂਪ ਹੀ ਹੋ ਗਿਆ, ਉਹਦੇ ਵਿੱਚ ਹੀ ਮਿਲ ਗਿਆ। ਵੀਰ ਸਾਹਿਬ ਜੀ ਕਹਿਣ ਲੱਗੇ, ਇਸ ਤਰ੍ਹਾਂ ਜਿਹੜੇ ਮਿਲ ਜਾਂਦੇ ਉਹ ਫਿਰ ਵੱਖਰੇ ਨਹੀਂ ਹੁੰਦੇ ਹਨ। ਹਰ ਕੇ ਲੋਗਾ ਮੈਂ ਤੋ ਮਤ ਕਾ ਭੋਰਾ। ਹਰੀ ਦੇ ਲੋਕੋ, ਤੁਹਾਡੀਆਂ ਨਜ਼ਰਾਂ ਦੇ ਵਿੱਚ ਮੈਂ ਮਤ ਕਾ ਭੋਰਾ, ਤੁਸੀਂ ਮੈਨੂੰ ਜਾਣਦੇ ਹੋ ਵੀ ਕਬੀਰ ਸਾਹਿਬ ਤੇ ਭੋਲੇ ਹੀ ਨੇ, ਰੱਬ ਦੇ ਭਗਤ ਕਦੇ ਭੋਲੇ ਨਹੀਂ ਹੋਇਆ ਕਰਦੇ, ਪਰ ਦੁਨੀਆ ਦੇ ਲੋਕ ਜਾਣਦੇ ਵੀ ਇਹਨੂੰ ਦੁਨੀਆ ਬਾਰੇ ਪਤਾ ਨਹੀਂ, ਇਹਨੂੰ ਦੁਨੀਆ ਦੇ ਦਾ ਪੇਚ ਨਹੀਂ ਆਉਂਦੇ, ਇਹਦੇ ਭੋਲਾ ਹੀ ਹੈ।
ਵੀਰ ਸਾਹਿਬ ਜੀ ਕਹਿਣ ਲੱਗੇ ਤੁਹਾਡੇ ਵਾਸਤੇ ਹੈ ਵੀ ਮੈਂ ਮੱਤ ਦਾ ਭੋਲਾ ਹਾਂ, ਪਰ ਮੈਂ ਭੋਲਾ ਕੋਈ ਨਹੀਂ। ਉਹ ਭੋਲਾ ਕਾਹਦਾ? ਜਿਹੜਾ ਰੱਬ ਨੂੰ ਮਿਲ ਗਿਆ, ਜਿਹੜਾ ਪ੍ਰਮਾਤਮਾ ਨੂੰ ਪਾ ਗਿਆ, ਉਹ ਭੋਲਾ ਨਹੀਂ ਹੈ। ਭੋਲੇ ਤੇ ਉਹ ਨੇ ਜਿਹੜੇ ਜਨਮਾਂ ਵਿੱਚ ਆਉਂਦੇ ਪਏ। ਜਿਹੜਾ ਜਨਮ ਸਵਾਰ ਕੇ ਚਲਾ ਗਿਆ, ਮੁਕਤੀ ਲੈ ਗਿਆ, ਉਹ ਭੋਲਾ ਥੋੜੀ ਹੋਇਆ। ਹਰ ਕੇ ਲੋਗਾ, ਇਹ ਹਰੀ ਦੇ ਲੋਕੋ, ਤੁਹਾਡੀਆਂ ਨਜ਼ਰਾਂ ਦੇ ਵਿੱਚ ਤੁਸੀਂ ਮੈਨੂੰ ਇਹ ਗੱਲ ਕਹਿੰਦੇ ਹੋ ਵੀ ਕਬੀਰ ਸਾਹਿਬ ਜੀ ਮੱਤ ਦਾ ਭੋਲਾ ਹੈ, ਇਹਨੂੰ ਪਤਾ ਹੀ ਨਹੀਂ ਹੈ। ਪਰ ਜਿਹੜੀ ਜਾਣਕਾਰੀ, ਜਿਹੜਾ ਗਿਆਨ ਰੱਬ ਦੇ ਭਗਤਾਂ ਨੂੰ ਹੋਇਆ ਕਰਦਾ, ਉਹ ਕਿਸੇ ਨੂੰ ਹੁੰਦਾ ਵੀ ਨਹੀਂ ਹੈ। ਇਸ ਗੱਲ ਨੂੰ ਸਮਝ ਲੈਣਾ ਕਰੋ। ਰੱਬ ਨੂੰ ਪਾਉਣ ਵਾਲਾ ਰੱਬ ਦਾ ਰੂਪ ਹੋ ਜਾਂਦਾ, ਉਸ ਨੂੰ ਭੋਲਾ ਕਹਿਣਾ ਬਚਨ ਠੀਕ ਨਹੀਂ ਹੋਵੇਗਾ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੀ ਜੋ ਮਾਸੀ ਹੈ ਨਾ, ਮਾਤਾ ਤ੍ਰਿਪਤਾ ਜੀ ਨੂੰ ਮਿਲਣ ਵਾਸਤੇ ਗਈ ਹੈ। ਸਤਿਗੁਰਾਂ ਦੀ ਮਾਤਾ ਨੂੰ ਮਿਲਣ ਵਾਸਤੇ, ਸਤਿਗੁਰਾਂ ਦੀ ਮਾਤਾ ਦੀ ਜੋ ਭੈਣ ਹੈ, ਮਹਾਰਾਜ ਦੀ ਮਾਸੀ ਲੱਗੀ, ਮਿਲਣ ਵਾਸਤੇ ਚਲੇ ਗਏ। ਭੈਣਾਂ ਭੈਣਾਂ ਆਪਸ ਵਿੱਚ ਗੱਲਾਂ ਬਾਤਾਂ ਕਰਦੀਆਂ ਪਈਆਂ, ਤੇ ਇੰਨੇ ਚਿਰ ਨੂੰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਬਾਹਰੋਂ ਆ ਗਏ। ਉਮਰਾਂ ਛੋਟੀ ਹੈ, ਬਚਪਨ ਦੇ ਵਿੱਚ ਨੇ, ਆਪਣੇ ਸੁਭਾਅ ਦੇ ਵਿੱਚ ਮਸਤ, ਖੇਡਾਂ ਖੇਡਦੇ ਪਏ, ਕਈ ਤਰ੍ਹਾਂ ਦੇ ਜੋ ਬੱਚੇ ਕੌਤਕ ਕਰਦੇ ਨੇ। ਮਹਾਰਾਜ ਆਪਣੀ ਮੌਜ ਵਿੱਚ ਲੱਗੇ ਹੋਏ, ਤੇ ਮਾਸੀ ਨੇ ਵੇਖਿਆ ਨਾ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਵੱਲ, ਹਰਕਤਾਂ ਵੇਖੀਆਂ, ਗੱਲਾਂ ਵੇਖੀਆਂ, ਤੇ ਉਹਨੇ ਕਹਿ ਹੀ ਦਿੱਤਾ। ਕਹਿਣ ਲੱਗੇ ਵੀ ਤ੍ਰਿਪਤਾ ਜੀ, ਭੈਣ ਜੀ, ਤੁਹਾਡਾ ਪੁੱਤਰ ਤੇ ਬੜਾ ਹੀ ਭੋਲਾ ਹੈ। ਮਾਤਾ ਤ੍ਰਿਪਤਾ ਜੀਆਂ ਨੇ ਇਹ ਗੱਲ ਸੁਣੀ। ਮਾਤਾ ਤ੍ਰਿਪਤਾ ਜੀਆਂ ਨੇ ਤੇ ਕੋਈ ਉੱਤਰ ਨਾ ਦਿੱਤਾ, ਪਰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਅੱਗੋਂ ਉੱਤਰ ਦਿੱਤਾ। ਕਹਿਣ ਲੱਗੇ ਮਾਸੀ ਜੀ, ਕੋਈ ਗੱਲ ਨਹੀਂ, ਤੁਹਾਡੇ ਘਰੇ ਵੀ ਮੇਰੇ ਵਰਗਾ ਭੋਲਾ ਹੀ ਹੋਵੇਗਾ। ਵਚਨ ਸੁਭਾਵਕ ਨਿਕਲਿਆ, ਖੇਡ ਖੇਡਦੇ ਪਏ। ਇਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੇ ਵਚਨ ਪੂਰੇ ਹੋਏ। ਉਹਨਾਂ ਦੇ ਘਰ ਦੇ ਵਿੱਚ ਬਾਬਾ ਰਾਮ ਥੰਮਣ ਜੀ, ਜਿਨ੍ਹਾਂ ਦਾ ਨਾਮ ਹੈ, ਬੜੇ ਪਹੁੰਚੇ ਹੋਏ ਮਹਾਤਮਾ ਸਨ। ਉਹਨਾਂ ਦਾ ਜਨਮ ਹੋਇਆ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ, ਉਹਨਾਂ ਦਾ ਸਥਾਨ ਵੀ ਬਣਿਆ ਹੈ। ਐਸੇ ਭੋਲੇ ਸੁਭਾਅ ਵਾਲੇ ਸਨ, ਹਰ ਵੇਲੇ ਭਗਤੀ ਵਿੱਚ, ਸਿਮਰਨ ਵਿੱਚ ਬੈਠੇ ਰਹਿੰਦੇ। ਜਿਹੜਾ ਬਚਨ ਕਹਿਣਾ ਉਹ ਝੱਟ ਹੀ ਪੂਰਾ ਹੋ ਜਾਣਾ। ਐਸੀ ਉਹ ਕਰਨੀ ਦੇ ਮਾਲਕ ਸਨ, ਐਸੀ ਭਗਤੀ ਦੇ ਉਹ ਮਾਲਕ ਸਨ, ਐਸੀ ਕਮਾਈ ਦੇ ਉਹ ਮਾਲਕ ਸਨ। ਕਬੀਰ ਸਾਹਿਬ ਜੀ ਕਹਿਣ ਲੱਗੇ, ਰੱਬ ਦੇ ਭਗਤ ਨੂੰ ਭੋਲਾ, ਤੁਸੀਂ ਜਾਣਦੇ ਹੋ ਵੀ ਉਹ ਭੋਲਾ ਹੈ, ਪਰ ਉਹ ਭੋਲਾ ਨਹੀਂ ਜਿਹੜਾ ਪ੍ਰਮਾਤਮਾ ਨੂੰ ਮਿਲ ਗਿਆ, ਉਹ ਤੇ ਸਭ ਤੋਂ ਸਿਆਣਾ ਹੈ। ਫਿਰ ਬਖਸ਼ਿਸ਼ ਕਰਦੇ ਹਨ। ਹਰ ਕੇ ਲੋਗਾ ਮੈਂ ਤੋ ਮਤ ਕਾ ਭੋਰਾ। ਕਬੀਰ ਸਾਹਿਬ ਜੀ ਕਹਿਣ ਲੱਗੇ, ਭੋਰਾ ਤੋਂ ਭਾਵ ਹੁੰਦਾ ਥੋੜਾ ਜਿਹਾ। ਦੁਨੀਆ ਦੇ ਲੋਕ ਆਖਦੇ ਵੀ ਕਬੀਰ ਸਾਹਿਬ ਜੀਆਂ ਨੂੰ ਥੋੜੀ ਜਿਹੀ ਮਤ ਹੈ, ਥੋੜਾ ਜਿਹਾ ਹੀ ਗਿਆਨ ਹੈ, ਥੋੜੀ ਜਿਹੀ ਸਮਝ ਹੈ। ਇਹ ਦੁਨੀਆ ਦੇ ਲੋਕ ਆਖਦੇ ਹਨ। ਜੋ ਤਨ ਕਾਸ਼ੀ ਤਜੇ ਕਬੀਰਾ, ਰਮਈਏ ਕਹਾ ਨਿਹੋਰਾ। ਕਬੀਰ ਸਾਹਿਬ ਜੀ ਕਹਿਣ ਲੱਗੇ, ਜੇ ਅਸੀਂ ਆਪਣਾ ਤਨ, ਸਰੀਰ ਕਾਸ਼ੀ ਵਿੱਚ ਛੱਡ ਦਈਏ, ਦੁਨੀਆ ਤੋਂ ਜਾਣਾ ਤੇ ਸਾਰਿਆਂ ਨਹੀਂ ਹੈ, ਭਾਵੇਂ ਕੋਈ ਵੀ ਹੈ। ਰਾਜਾ ਹੈ, ਮਹਾਰਾਜਾ ਹੈ, ਕੋਈ ਗਰੀਬ ਹੈ, ਕੋਈ ਸਾਧੂ ਹੈ। ਰਾਮ ਗਇਓ ਰਾਵਣ ਗਇਓ। ਭਾਵੇਂ ਕੋਈ ਨਿੱਕੇ ਜਿਹੇ ਪਰਿਵਾਰ ਵਾਲਾ, ਜਿਹਦੀ ਅੰਤਮ ਕਿਰਿਆ ਕਰਨ ਵਾਲਾ ਕੋਈ ਨਹੀਂ, ਭਾਵੇਂ ਕੋਈ ਵੱਡੇ ਪਰਿਵਾਰ ਵਾਲਾ ਹੈ। ਜਾ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜੋਨ ਸਿੰਘ। ਛੋਟੇ ਪਰਿਵਾਰ ਵਾਲਾ ਭਾਵੇਂ ਵੱਡੇ ਵਾਲਾ ਹੈ, ਕੋਈ ਰਾਜਾ ਹੈ, ਮਹਾਰਾਜਾ ਹੈ, ਕੋਈ ਗਰੀਬ ਹੈ, ਕੋਈ ਮੰਗਤਾ ਹੈ। ਉਮਰਾਂ ਤੇ ਸਾਰਿਆਂ ਦੀ ਪਰਮਾਤਮਾ ਨੇ ਤੈਅ ਕੀਤੀ ਹੈ ਵੀ ਤੇਰਾ ਸਰੀਰ ਇੰਨੇ ਸਮੇਂ ਵਾਸਤੇ ਰਹੇਗਾ, ਇਹ ਤੋਂ ਬਾਅਦ ਵੀ ਤੂੰ ਸਰੀਰ ਛੱਡਣਾ ਹੈ। ਕਬੀਰ ਸਾਹਿਬ ਜੀ ਕਹਿਣ ਲੱਗੇ, ਜੋ ਤਨ ਕਾਸ਼ੀ ਤਜਹ ਕਬੀਰਾ। ਜੋ ਤਨ ਕਾਸ਼ੀ ਤਜਹ ਕਬੀਰਾ। ਜੇ ਅਸੀਂ ਕਾਸ਼ੀ ਦੇ ਵਿੱਚ ਆਪਣਾ ਸਰੀਰ ਛੱਡ ਦਈਏ, ਰਮਈਏ ਕਹਾਂ ਨਿਹੋਰਾ, ਇਹਦੇ ਵਿੱਚ ਫਿਰ ਪਰਮਾਤਮਾ ਦਾ ਸਾਡੇ ਤੇ ਅਹਿਸਾਨ ਤੇ ਕੋਈ ਨਾ ਹੋਇਆ।
ਕਿਉਂਕਿ ਕਾਸ਼ੀ ਵਿੱਚ ਤੇ ਪਹਿਲਾਂ ਹੀ ਵਰ ਮਿਲਿਆ ਵੀ ਇੱਥੇ ਜਿਹੜਾ ਮਰੇਗਾ ਮੁਕਤ ਹੋਵੇਗਾ। ਫਿਰ ਜੇ ਮਰ ਕੇ ਉੱਥੋਂ ਹੀ ਮੁਕਤੀ ਲੈਣੀ ਹੈ ਤੇ ਫਿਰ ਜਿਹੜਾ ਪਰਮਾਤਮਾ ਨੇ ਸਾਨੂੰ ਮੁਕਤ ਕਰਨਾ ਇਸ ਮਗਹਰ ਦੀ ਧਰਤੀ ਤੇ, ਰੱਬ ਦਾ ਤੇ ਕੋਈ ਅਹਿਸਾਨ ਨਾ ਸਾਡੇ ਤੇ ਹੋਇਆ। ਜਿਹੜੀ ਅਸੀਂ ਰੱਬ ਦੀ ਭਗਤੀ ਕੀਤੀ ਹੈ ਪਰਮਾਤਮਾ ਦੀ, ਉਹ ਭਗਤੀ ਦਾ ਲਾਭ ਤੇ ਕੋਈ ਨਾ ਹੋਇਆ। ਫਿਰ ਜੇ ਇੱਥੇ ਹੀ ਮਰ ਕੇ ਮੁਕਤੀ ਲੈਣੀ ਹੈ ਫਿਰ ਭਗਤੀ ਕਿਉਂ ਕੀਤੀ ਹੈ, ਨਾਮ ਹੀ ਕਿਉਂ ਜਪਿਆ, ਫਿਰ ਸਰੀਰ ਜਾ ਕੇ ਕਾਸ਼ੀ ਵਿੱਚ ਛੱਡ ਦਿੰਦਾ। ਇਹਦੇ ਵਿੱਚ ਰੱਬ ਦਾ ਕੋਈ ਅਹਿਸਾਨ ਨਾ ਹੋਇਆ ਜੇ ਅਸੀਂ ਇੱਥੇ ਕਾਸ਼ੀ ਵਿੱਚ ਹੀ ਸਰੀਰ ਛੱਡਣਾ। ਦੂਜਾ ਅਰਥ ਵੀ ਆਪਾਂ ਨੂੰ ਫਿਰ ਬਖਸ਼ਿਸ਼ ਕਰਦੇ ਹਨ। ਜੋ ਤਨ ਕਾਸੀ ਤਜੈ ਕਬੀਰਾ, ਰਮਈਏ ਕਹਾ ਨਿਹੋਰਾ। ਉਹ ਨਿਹੋਰਾ ਨਾਮ ਉਲਾਂਭੇ ਦਾ, ਇਹ ਰੱਬ ਨੂੰ ਉਲਾਂਭਾ ਹੋਵੇਗਾ। ਜੇ ਅਸੀਂ ਆਪਣਾ ਸਰੀਰ ਕਾਸ਼ੀ ਵਿੱਚ ਛੱਡਿਆ, ਲੋਕਾਂ ਨੇ ਆਖਣਾ ਵੀ ਇਹ ਤੇ ਕਾਸ਼ੀ ਹੀ ਮੁਕਤੀ ਦਿੰਦੀ ਹੈ, ਇਹ ਤੇ ਸ਼ਿਵ ਜੀ ਨੇ ਵਰ ਦਿੱਤਾ ਵੀ ਜਿਹੜਾ ਇੱਥੇ ਮਰੇਗਾ ਮੁਕਤ ਹੋਵੇਗਾ। ਤੇ ਕਬੀਰ ਸਾਹਿਬ ਜੀਆਂ ਨੇ ਕਾਸ਼ੀ ਵਿੱਚ ਸਰੀਰ ਛੱਡ ਕੇ ਉਹੀ ਮੁਕਤੀ ਲਈ ਹੈ। ਕਿਸੇ ਨੂੰ ਇਹ ਨਹੀਂ ਪਤਾ ਲੱਗਣਾ ਵੀ ਇਹਨੇ ਰਾਮ ਦੀ ਭਗਤੀ ਕਰਕੇ ਮੁਕਤੀ ਲਈ ਹੈ। ਲੋਕ ਰੱਬ ਨੂੰ ਲਾਂਭਾ ਦੇਣਗੇ, ਪਰਮਾਤਮਾ ਨੂੰ ਲਾਂਭਾ ਦੇਣਗੇ ਵੀ ਪਰਮਾਤਮਾ ਨੇ ਕੁਝ ਨਹੀਂ ਕੀਤਾ, ਜੋ ਕੀਤਾ ਉਹ ਵਰ ਜਿਹੜਾ ਮਿਲਿਆ ਸ਼ਹਿਰ ਨੂੰ ਉਹਦੇ ਮੁਤਾਬਕ ਹੋਇਆ ਜੋ ਹੋਇਆ। ਇਸ ਕਰਕੇ ਅਸੀਂ ਕਾਸ਼ੀ ਵਿੱਚ ਤੇ ਸਰੀਰ ਹੁਣ ਛੱਡਣਾ ਹੀ ਨਹੀਂ। ਹੁਣ ਤੇ ਸਰੀਰ ਅਸੀਂ ਉੱਥੇ ਹੀ ਛੱਡਾਂਗੇ ਜਿਹਨੂੰ ਮਗਹਰ ਦੀ ਧਰਤੀ ਕਿਹਾ ਜਾਂਦਾ, ਜਿੱਥੇ ਇਹ ਗੱਲ ਕਹੀ ਜਾਂਦੀ ਹੈ ਜਿਹੜਾ ਸਰੀਰ ਛੱਡੇਗਾ ਉਹ ਗਧਾ ਬਣੇਗਾ। ਉਸ ਧਰਤੀ ਤੇ ਸਰੀਰ ਛੱਡ ਕੇ ਅਸੀਂ ਮੁਕਤ ਹੋਵਾਂਗੇ। ਦੁਨੀਆ ਨੂੰ ਇਹ ਗੱਲ ਦੱਸਾਂਗੇ ਕਿ ਰੱਬ ਦੇ ਪਿਆਰੇ ਜਿੱਥੇ ਸਰੀਰ ਛੱਡਦੇ ਨੇ, ਧਰਤੀ ਕੋਈ ਵੀ ਹੋਵੇ, ਉਹ ਉੱਥੇ ਹੀ ਮੁਕਤ ਹੋ ਜਾਂਦੇ। ਕਹਿਤ ਕਬੀਰ ਸੁਨਹੁ ਰੇ ਸੰਤੋ, ਖੇਤ ਹੀ ਕਰੋ ਨਬੇਰਾ। ਇਹ ਜਿਹੜਾ ਸਾਡਾ ਮਨੁੱਖਾ ਸਰੀਰ ਹੈ ਨਾ, ਇਹ ਖੇਤ ਹੈ। ਇੱਥੇ ਹੀ ਜਿਹੜਾ ਨਬੇੜਾ ਹੋਣਾ ਹੋ ਜਾਣਾ, ਪਾਪ ਦਾ, ਪੁੰਨ ਦਾ, ਚੰਗੇ ਦਾ, ਮਾੜੇ ਦਾ। ਜਿਨ੍ਹਾਂ ਦੇ ਨਬੇੜੇ ਇੱਥੇ ਹੋ ਗਏ ਉਹਨਾਂ ਦੇ ਲੇਖੇ ਫਿਰ ਅੱਗੇ ਨਹੀਂ ਪੈਣਗੇ। ਜਿਹਦਾ ਨਬੇੜਾ ਇੱਥੇ ਨਾ ਹੋਇਆ ਉਹਦਾ ਲੇਖਾ ਅੱਗੇ। ਕਈ ਵਾਰੀ ਆਪਾਂ ਵੇਖਦੇ ਨਾ, ਬੰਦਾ ਬੜਾ ਹੀ ਮਨਮੁਖ ਹੁੰਦਾ, ਬੜੇ ਉਹਨੇ ਪਾਪ, ਦੁਨੀਆ ਨੂੰ ਬੜਾ ਹੀ ਦੁੱਖ ਦਿੱਤਾ ਹੁੰਦਾ, ਚੰਗਾ ਕੰਮ ਉਹਨੇ ਕਦੇ ਨਹੀਂ ਕੀਤਾ ਹੁੰਦਾ, ਉਹਨੂੰ ਮੌਤ ਬੜੀ ਸੌਖੀ ਆ ਜਾਂਦੀ ਹੈ, ਸੌਖਾ ਹੀ ਮਰ ਜਾਂਦਾ, ਤੁਰਿਆ ਫਿਰਦਾ ਹੀ ਸਰੀਰ ਛੱਡ ਗਿਆ। ਤੇ ਸਾਡੇ ਮਨ ਵਿੱਚ ਵਿਚਾਰ ਇਹ ਆਉਂਦੀ ਹੈ ਵੀ ਇਹਨੇ ਚੰਗਾ ਕੰਮ ਤੇ ਕੀਤਾ ਕੋਈ ਨਹੀਂ ਸੀ, ਦੁਨੀਆ ਨੂੰ ਦੁੱਖ ਦੇ ਛੱਡਿਆ, ਮਾੜੇ ਕੰਮ ਇਹਨੇ ਸਾਰੇ ਹੀ ਲੱਭ ਕੇ ਕੀਤੇ, ਭਗਤੀ ਦਾ, ਭਾਵਨਾ ਦਾ, ਨਾਮ ਦਾ ਤੇ ਕੰਮ ਕੋਈ ਕੀਤਾ ਨਹੀਂ, ਇਹਨੂੰ ਮੌਤ ਬੜੀ ਸੌਖੀ ਆਈ। ਉਹਦਾ ਕਾਰਨ ਇਹ ਹੈ ਵੀ ਪਰਮਾਤਮਾ ਨੇ ਅੱਗੇ ਉਹਨੂੰ ਜਨਮਾਂ ਦੇ ਵਿੱਚ ਹਾਲੇ ਲੈਣਾ ਹੈ। ਉਹਦੇ ਕੀਤੇ ਪਾਪ ਜਿਹੜੇ ਨੇ ਅੱਗੇ ਕਈ ਜਨਮਾਂ ਵਿੱਚ ਉਹਨੂੰ ਭੁਗਤਾਉਣੇ ਨੇ। ਅਜੇ ਉਹ ਮੁਕਤ ਨਹੀਂ ਹੋਇਆ। ਮਰ ਭਾਵੇਂ ਸੌਖਾ ਗਿਆ, ਪਰ ਜਿਹੜੇ ਪਾਪ ਕਰਕੇ ਗਿਆ ਨਾ, ਅਜੇ ਖੇਤ ਹੀ ਕਰੋ ਨਬੇੜਾ। ਅਜੇ ਐਸ ਮਨੁੱਖਾ ਜਨਮ ਰੂਪੀ ਖੇਤ ਵਿੱਚ ਉਹ ਨਬੇੜਾ ਕਰਕੇ ਨਹੀਂ ਗਿਆ, ਅਜੇ ਉਹਨੂੰ ਵਾਰ-ਵਾਰ ਆਉਣਾ ਪਵੇਗਾ ਜਨਮਾਂ ਦੇ ਵਿੱਚ। ਕਈ ਵਾਰੀ ਆਪਾਂ ਦੇਖਦੇ ਹਾਂ ਕੋਈ ਧਰਮਾਤਮਾ ਹੁੰਦਾ, ਕੋਈ ਨਾਮ ਜਪਣ ਵਾਲਾ, ਗੁਰੂ ਕਾ ਸਿੱਖ, ਕੋਈ ਬੰਦਗੀ ਕਰਨ ਵਾਲਾ, ਕੋਈ ਸੇਵਾ ਕਰਨ ਵਾਲਾ, ਤੇ ਜਦੋਂ ਉਹਦੇ ਸਰੀਰ ਛੱਡਣ ਦਾ ਸਮਾਂ ਆਉਂਦਾ ਤੇ ਉਹ ਕਈ ਵਾਰੀ ਮੰਜੇ ਤੇ ਪੈ ਜਾਂਦਾ ਜਾਂ ਸੇਵਾ ਦੇ ਯੋਗ ਹੋ ਜਾਂਦਾ। ਸੇਵਾ ਕਰਦੇ ਦੁਨੀਆ ਦੇ ਲੋਕ, ਕਿੰਨਾ ਲੰਮਾ ਸਮਾਂ ਲੱਗ ਜਾਂਦਾ। ਤੇ ਸਾਡੇ ਮਨ ਵਿੱਚ ਵਿਚਾਰ ਇਹ ਆ ਜਾਂਦੀ ਹੈ ਵੀ ਇਹਨੇ ਤੇ ਭਗਤੀ ਵੀ ਕੀਤੀ ਹੈ, ਨਾਮ ਵੀ ਜਪਦਾ ਰਿਹਾ, ਇਹ ਰੱਬ ਨੂੰ ਵੀ ਮੰਨਦਾ ਰਿਹਾ, ਇਹ ਕੰਮ ਵੀ ਚੰਗੇ ਕਰਦਾ ਰਿਹਾ, ਪਰ ਇਹਦੀ ਮੌਤ ਬੜੀ ਔਖੀ ਹੋਈ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਖੇਤ ਹੀ ਕਰੋ ਨਬੇੜਾ। ਉਹ ਆਪਣੇ ਐਸੇ ਮਨੁੱਖਾ ਜਨਮ ਦੇ ਵਿੱਚ ਆਪਣੇ ਬਾਕੀ ਸਾਰੇ ਕਰਮਾਂ ਦਾ ਨਬੇੜਾ ਕਰਕੇ ਚੱਲਿਆ, ਨਬੇੜ ਚੱਲਿਆ ਆਪਣਾ ਸਾਰਾ ਹਿਸਾਬ ਕਿਤਾਬ ਹੀ। ਅੱਗੇ ਜਨਮਾਂ ਵਿੱਚ ਨਹੀਂ ਨਾ ਪਰਮਾਤਮਾ ਨੇ ਪਾਉਣਾ, ਜਨਮਾਂ ਵਿੱਚ ਉਹਨੇ ਪੈਣਾ ਨਹੀਂ, ਅਗਲੇ ਲੇਖੇ ਉਹਦੇ ਮੁੱਕ ਗਏ ਨੇ। ਜਿਹੜਾ ਕੋਈ ਪਿੱਛੇ ਮਾੜਾ ਮੋਟਾ ਕਰਮ ਰਹਿ ਗਿਆ, ਕੁਝ ਪਾਪ ਹੁੰਦੇ ਨੇ ਜਿਹੜਾ ਵਿਅਕਤੀ ਜਾਣ ਬੁੱਝ ਕੇ ਕਰਦਾ, ਕੁਝ ਪਾਪ ਹੁੰਦੇ ਜਿਹੜੇ ਸੁਤੇ ਸਿੱਧ ਹੋ ਜਾਂਦੇ, ਪਤਾ ਨਹੀਂ ਹੁੰਦਾ। ਪਰ ਭਾਵੇਂ ਸੁਤੇ ਸਿੱਧ ਹੋਇਆ ਤੇ ਭਾਵੇਂ ਜਾਣ ਬੁੱਝ ਕੇ ਹੋਇਆ, ਫਲ ਦੋਨਾਂ ਦਾ ਹੀ ਭੋਗਣਾ ਪਵੇਗਾ। ਪਰ ਜਿਹੜੇ ਸੁਤੇ ਸਿੱਧ ਪਾਪ ਹੋਏ ਨੇ, ਕੋਈ ਨਿੱਕਾ ਮੋਟਾ ਕਰਮ ਹੋ ਗਿਆ, ਫਿਰ ਉਹ ਅੰਤ ਸਮੇਂ ਪਰਮਾਤਮਾ ਉਹਨਾਂ ਨੂੰ ਇੱਥੇ ਹੀ ਨਬੇੜਾ ਕਰਵਾ ਦਿੰਦਾ। ਭਾਈ ਆਪਣਾ ਨਬੇੜਾ ਕਰ ਲਵੋ, ਅੱਗੇ ਜਨਮਾਂ ਵਿੱਚ ਤੁਸੀਂ ਨਹੀਂ ਜਾਣਾ, ਅੱਗੇ ਮੁਕਤ ਹੋ ਜਾਣਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ
खेत ही करहो नबेरा, अब की बार बख्श बंदे को बहुर ना भवजल। ਫਿਰ ਦੁਬਾਰਾ ਉਹਨਾਂ ਦੇ ਫੇਰੇ ਨਹੀਂ ਪੈਂਦੇ ਹਨ। ਰਹਾਓ ਕਹਿਤ ਕਬੀਰ ਸੁਨੋ ਰੇ ਲੋਈ, ਭਰਮ ਨਾ ਭੁੱਲੋ ਕੋਈ। ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਕਹਿਣ ਲੱਗੇ, ਲੋਈ ਤੋਂ ਭਾਵ ਹੈ ਲੋਕੋ, ਇਹ ਦੁਨੀਆ ਦੇ ਲੋਕੋ ਸੁਣੋ ਧਿਆਨ ਦੇ ਨਾਲ ਬਚਨ। ਜਦੋਂ ਬਚਨ ਸੁਣਨਾ ਨਾ ਭਗਤਾਂ ਦਾ, ਸੰਤਾਂ ਦਾ, ਸਾਧੂਆਂ ਦਾ, ਗੁਰੂ ਦਾ, ਉਦੋਂ ਧਿਆਨ ਬਿਲਕੁਲ ਇਕਾਗਰ ਹੋਵੇ ਤੇ ਤਾਂ ਬਚਨ ਸਮਝ ਪੈਂਦਾ। ਧਿਆਨ ਨਹੀਂ ਜੁੜੇਗਾ ਤੇ ਬਚਨ ਸਮਝ ਨਹੀਂ ਪਵੇਗਾ। ਕਬੀਰ ਸਾਹਿਬ ਜੀ ਕਹਿਣ ਲੱਗੇ, ਕਹਿਤ ਕਬੀਰ ਸੁਨੋ ਰੇ ਲੋਈ, ਲੋਈ ਤੋਂ ਭਾਵ ਲੁਕਾਈ। ਇਹ ਦੁਨੀਆ ਦੇ ਲੋਕੋ ਇਹ ਬਚਨ ਬੜੇ ਧਿਆਨ ਦੇ ਨਾਲ ਸੁਣੋ। ਅਸੀਂ ਕਹਿਣ ਲੱਗੇ ਹਾਂ, ਭਰਮ ਨਾ ਭੁੱਲੋ ਕੋਈ, ਭਰਮ ਦੇ ਵਿੱਚ ਪੈ ਕੇ ਕਿਤੇ ਭੁੱਲ ਨਾ ਜਾਇਓ। ਕਾਂਸ਼ੀ ਵਿੱਚ ਮਰਾਂਗਾ ਤੇ ਮੁਕਤੀ ਮਿਲੇਗੀ, ਇੱਥੇ ਮਰਾਂਗਾ ਤੇ ਮੁਕਤੀ ਨਹੀਂ ਮਿਲੇਗੀ। ਇਹ ਭਰਮ ਹੈ। ਮੁਕਤੀ ਤੇਰੇ ਕਰਮਾਂ ਨੇ ਦਿਵਾਉਣੀ ਹੈ, ਮੁਕਤੀ ਤੇਰੀ ਬੰਦਗੀ ਨੇ ਦਿਵਾਉਣੀ ਹੈ। ਕਿਤੇ ਭਰਮ ਵਿੱਚ ਨਾ ਪੈ ਜਾ ਵੀ ਸਾਰੀ ਉਮਰ ਮੈਂ ਪਾਪ ਹੀ ਕਰਦਾ ਰਵਾਂ, ਸਾਰੀ ਉਮਰ ਮੈਂ ਹੱਤਿਆ ਕਰਦਾ ਰਵਾਂ, ਲੋਕਾਂ ਦੀਆਂ ਜੇਬਾਂ ਕੱਟਦਾ ਰਵਾਂ, ਗਲੇ ਕੱਟਦਾ ਰਵਾਂ, ਪਾਪ ਕਰਮ ਕਰਦਾ, ਵੱਧ ਸੀਸਾਂ ਲੈਂਦਾ ਰਵਾਂ। ਤੇ ਜਦੋਂ ਮੇਰੇ ਮਰਨ ਦਾ ਟਾਈਮ ਆ ਗਿਆ, ਮੈਂ ਜਾ ਕੇ ਕਾਸ਼ੀ ਵਿੱਚ ਲੰਮਾ ਪੈ ਜਾਵਾਂਗਾ ਵੀ ਮੌਤ ਮੈਨੂੰ ਇੱਥੇ ਆਵੇ। ਫਿਰ ਮਤਾ ਇਹ ਸਮਝ ਲਵੀਂ ਵੀ ਤੂੰ ਉੱਥੇ ਮਰ ਕੇ ਮੁਕਤ ਹੋ ਜਾਣਾ ਹੈ। ਭਰਮ ਵਿੱਚ ਨਾ ਪੈ ਜਾਵੀਂ। ਤੇਰੇ ਕਰਮ ਵੀ ਉਹੋ ਜਿਹੇ ਹੋਣੇ ਚਾਹੀਦੇ ਜਿਨ੍ਹਾਂ ਕਰਮਾਂ ਨੇ ਤੈਨੂੰ ਮੁਕਤੀ ਦਿਵਾਉਣੀ ਹੈ। ਕਹਿਤ ਕਬੀਰ ਸੁਨੋ ਰੇ ਲੋਈ, ਭਰਮ ਨਾ ਭੁੱਲੋ ਕੋਈ, ਭਰਮ ਦੇ ਵਿੱਚ ਪੈ ਕੇ ਕਿਤੇ ਭੁੱਲ ਨਾ ਜਾਣਾ ਕਰਿਓ। ਕਿਆ ਕਾਸ਼ੀ ਕਿਆ ਉਖਰ ਮਗਹਰ, ਰਾਮ ਹਿਰਦੈ ਜੋ ਹੋਈ। ਜਿਨ੍ਹਾਂ ਦੇ ਹਿਰਦੇ ਵਿੱਚ ਰਾਮ ਦਾ ਨਾਮ ਹੈ, ਰਾਮ ਰਾਮ ਰਾਮ, ਕਿਉਂਕਿ ਕਬੀਰ ਸਾਹਿਬ ਜੀ ਇਹ ਜਾਪ ਜਪਦੇ। ਉਹਨਾਂ ਨੂੰ ਮੰਤਰ ਹੀ ਇਹ ਮਿਲਿਆ ਸੀ ਆਪਣੇ ਗੁਰੂ ਵੱਲੋਂ। ਜਦੋਂ ਰਸਤੇ ਵਿੱਚ ਲੰਮੇ ਪੈ ਗਏ ਨਾ ਤੇ ਤੁਰੇ ਜਾਂਦੇ ਗੁਰੂ ਦਾ ਪੈਰ ਵੱਜਾ, ਠੋਕਰ ਲੱਗੀ ਤੇ ਉਹਨਾਂ ਦੇ ਸੁਭਾਵਕ ਆਖਿਆ, ਰਾਮ ਕੇ ਰਾਮ ਕਹੋ, ਰਾਮ ਦੇ ਬੰਦਿਆ ਰਾਮ ਦਾ ਨਾਮ ਲੈ। ਕਬੀਰ ਸਾਹਿਬ ਜੀ ਫਿਰ ਰਾਮ ਰਾਮ ਦਾ ਜਾਪ ਕਰਦੇ। ਕਬੀਰ ਸਾਹਿਬ ਜੀ ਕਹਿਣ ਲੱਗੇ, ਰਾਮ ਹਿਰਦੈ ਜੋ ਹੋਈ, ਜਿਹਦੇ ਹਿਰਦੇ ਵਿੱਚ ਰਾਮ ਦਾ ਨਾਮ ਹੈ। ਕਿਆ ਕਾਸ਼ੀ ਕਿਆ ਊਖਰ ਮਗ ਹਰ, ਭਾਵੇਂ ਉਹ ਕਾਸ਼ੀ ਵਿੱਚ ਸਰੀਰ ਛੱਡੇ ਤਾਂ ਵੀ ਕੋਈ ਗੱਲ ਨਹੀਂ। ਤੇ ਊਖਰ ਤੋਂ ਭਾਵ ਹੁੰਦਾ ਕਲਰੀ ਧਰਤੀ। ਸ਼ਾਸਤਰਾਂ ਵਿੱਚ ਲਿਖਿਆ ਵੀ ਜਿਹੜਾ ਕਲਰੀ ਧਰਤੀ ਤੇ ਸਰੀਰ ਛੱਡੇ ਉਹ ਮੁਕਤ ਨਹੀਂ ਹੁੰਦਾ। ਕਬੀਰ ਸਾਹਿਬ ਜੀ ਕਹਿਣ ਲੱਗੇ, ਅਸੀਂ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ। ਨਾਮ ਜਪਣ ਵਾਲਾ ਜਿਹਦੇ ਹਿਰਦੇ ਵਿੱਚ ਰੱਬ ਦਾ ਨਾਮ ਹੈ, ਉਹ ਭਾਵੇਂ ਕਾਸ਼ੀ ਵਿੱਚ ਸਰੀਰ ਛੱਡੇ ਤੇ ਭਾਵੇਂ ਕਲਰੀ ਧਰਤੀ ਤੇ ਛੱਡੇ। ਮਗਹਰ ਦੀ ਧਰਤੀ ਉਹ ਹੈ ਜਿਹਦਾ ਇਤਿਹਾਸ ਆਪਾਂ ਪਹਿਲਾਂ ਸਰਵਣ ਕੀਤਾ ਸੀ। ਬਿਆਸ ਜੀ ਨੇ ਆਖਿਆ ਸੀ, ਜਿਹੜਾ ਇੱਥੇ ਮਰੇਗਾ ਉਹ ਗਧਾ ਬਣੇਗਾ। ਉਹਨੂੰ ਕਿਹਾ ਗਿਆ ਹੜੰਬੇ ਦੀ ਧਰਤੀ, ਜਾਂ ਕਹਿ ਦਿੱਤਾ ਗਿਆ ਮਗਹਰ ਦੀ ਧਰਤੀ। ਕਬੀਰ ਸਾਹਿਬ ਜੀ ਕਹਿਣ ਲੱਗੇ, ਜਿੱਥੇ ਇਹ ਵਰ ਮਿਲਿਆ ਵੀ ਮਰ ਕੇ ਗਧਾ ਬਣੇਗਾ, ਜੇ ਰੱਬ ਦਾ ਨਾਮ ਜਪਣ ਵਾਲਾ ਉੱਥੇ ਵੀ ਸਰੀਰ ਛੱਡੇਗਾ ਤੇ ਤਾਂ ਵੀ ਮੁਕਤ ਹੋ ਜਾਏਗਾ। ਉਹਦੇ ਵਾਸਤੇ ਨਾ ਸਮਾਂ ਪਾਬੰਦ ਹੈ, ਨਾ ਧਰਤੀ ਦਾ ਕੋਈ ਮਾਇਨਾ ਹੈ ਵੀ ਉਹ ਕਾਸ਼ੀ ਦੀ ਹੈ ਜਾਂ ਕਲਰੀ ਧਰਤੀ ਹੈ ਜਾਂ ਮਗਹਰ ਦੀ ਧਰਤੀ ਹੈ। ਧਰਤੀ ਕੋਈ ਵੀ ਹੋਵੇ, ਜਗ੍ਹਾ ਕੋਈ ਵੀ ਹੋਵੇ, ਭਾਵੇਂ ਧਰਤੀ ਤੇ ਭਾਵੇਂ ਆਕਾਸ਼ ਹੋਵੇ, ਭਾਵੇਂ ਪਾਣੀ ਹੋਵੇ, ਕਿਤੇ ਵੀ ਉਹ ਸਰੀਰ ਛੱਡੇਗਾ। ਰਾਮ ਹਿਰਦੈ ਜੋ ਹੋਈ, ਜਿਹਦੇ ਹਿਰਦੇ ਵਿੱਚ ਰਾਮ ਦਾ ਨਾਮ ਹੈ, ਉਹ ਸਾਰਿਆਂ ਥਾਵਾਂ ਤੋਂ ਹੀ ਮੁਕਤ ਹੈ। ਕਹਿਤ ਕਬੀਰ ਸੁਨੋ ਰੇ ਰੋਈ, ਭਰਮ ਨਾ ਭੁੱਲੋ ਕੋਈ। ਇਸ ਭਰਮ ਵਿੱਚ ਨਾ ਕਿਤੇ ਪੈ ਜਾਇਓ। ਇੱਥੇ ਮਰਾਂਗਾ ਤੇ ਜਨਮਾਂ ਵਿੱਚ ਜਾਵਾਂਗਾ, ਉੱਥੇ ਮਰਾਂਗਾ ਤੇ ਮੁਕਤ ਹੋ ਜਾਵਾਂਗਾ। ਇਹ ਭਰਮ ਨੂੰ ਪਰੇ ਕੱਢ ਦਿਓ। ਰਾਮ ਦੇ ਨਾਮ ਦਾ ਜਪਨ ਕਰੋ। ਰਾਮ ਦਾ ਨਾਮ ਜਪੋਗੇ, ਕਿਤੇ ਵੀ ਸਰੀਰ ਛੱਡੋਗੇ, ਮੁਕਤ ਹੋ ਜਾਓਗੇ। ਇਹ ਕਬੀਰ ਸਾਹਿਬ ਜੀਆਂ ਨੇ ਉਪਦੇਸ਼ ਬਖਸ਼ਿਆ। ਸਮੇਂ ਦੀ ਸਮਾਪਤੀ, ਫੁੱਲਾਂ ਦੀ ਮੁਆਫੀ। ਜੋ ਸੱਜਣ ਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲੋ। ਕਹਿਤ ਕਬੀਰ ਸੁਨੋ ਰੇ ਲੋਈ, ਭਰਮ ਨਾ ਭੁੱਲੋ ਕੋਈ। ਕਿਆ ਕਾਸ਼ੀ ਕਿਆ ਉਖਰ ਮਗਹਰ, ਰਾਮ ਹਿਰਦੈ ਜੋ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।